ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਇੰਗਲਿਸ਼ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਉਹਦਾ ਲੈਸਨ 8 ਐਨ ਅਰਥਕੁਇਕ। ਇਹ ਇੱਕ ਪੋਇਮ ਹੈਗੀ ਹੈ ਭੂਚਾਲ ਬਾਰੇ ਤੇ ਇਹਦਾ ਆਪਾਂ ਕਰਨ ਜਾ ਰਹੇ ਹਾਂ ਪਾਰਟ 2। ਪਾਰਟ 1 ਦੇ ਵਿੱਚ ਆਪਾਂ ਡਿਟੇਲ ਵਿੱਚ ਪੋਇਮ ਸਮਝੀ ਸੀ ਤੇ ਕੁਐਸਚਨ ਆਨਸਰ ਸੋਲਵ ਕੀਤੇ ਸੀ। ਚਲੋ ਸ਼ੁਰੂ ਕਰਦੇ ਹਾਂ। ਲਰਨਿੰਗ ਲੈਂਗੁਏਜ, ਭਾਸ਼ਾ ਦੇ ਬਾਰੇ ਕੁਝ ਸਿੱਖਦੇ ਹਾਂ। Prepositions. Read the following sentences. ਅੱਜ ਆਪਾਂ prepositions ਬਾਰੇ ਪੜਾਂਗੇ ਤੇ ਆਪਾਂ ਇਹ ਸਾਰੇ ਜਿਹੜੇ sentences ਹੈਗੇ ਨੇ ਵਾਕ ਦਿੱਤੇ ਹੋਏ ਨੇ ਉਹਨਾਂ ਨੂੰ ਆਪਾਂ ਪੜ ਲੈਂਦੇ ਹਾਂ। Your pencils are in the box. ਤੁਹਾਡੀਆਂ ਪੈਨਸਲਾਂ ਡੱਬੇ ਵਿੱਚ ਹੈਗੀਆਂ ਨੇ ਜਾਂ ਬਕਸੇ ਵਿੱਚ ਹੈਗੀਆਂ ਨੇ। The woman sat on the bench. ਔਰਤ ਜਿਹੜੀ ਹੈਗੀ ਹੈ ਬੈਂਚ ਤੇ ਬੈਠ ਗਈ। The helicopter flew over the house. ਜਿਹੜਾ ਹੈਲੀਕਾਪਟਰ ਹੈਗਾ ਉਹ ਘਰ ਦੇ ਉੱਪਰ ਦੀ ਉੜਿਆ। The earthquake changed the house into debris. ਭੂਚਾਲ ਨੇ ਘਰਾਂ ਨੂੰ ਮਲਬੇ ਦੇ ਵਿੱਚ ਬਦਲ ਦਿੱਤਾ। ਸਿਮਰਨ felt the earth shaking beneath her feet. ਸਿਮਰਨ ਨੂੰ ਆਪਣੇ ਪੈਰਾਂ ਹੇਠ ਧਰਤੀ ਹਿਲਦੀ ਹੋਈ ਮਹਿਸੂਸ ਹੋਈ। beneath the words, ਇਹਦੇ ਵਿੱਚ ਜਿਹੜੇ words ਨੇ in, on, over, into, beneath show the relation of। ਇਹਦੇ ਵਿੱਚ ਪਹਿਲੇ ਸੈਂਟੈਂਸ ਦੇ ਵਿੱਚ ਇਨ ਕਿਹਦਾ ਆਪਸ ਦੇ ਵਿੱਚ ਰਿਸ਼ਤਾ ਜੋੜ ਰਿਹਾ, ਪੈਨਸਿਲਾਂ ਦਾ ਜੋੜ ਰਿਹਾ ਬਾਕਸ ਦੇ ਨਾਲ। ਸੈਕਿੰਡ ਵਾਕ ਦੇ ਵਿੱਚ ਔਨ ਕਿਹਦਾ ਰਿਸ਼ਤਾ ਜੋੜ ਰਿਹਾ, ਵਿਮਨ ਦਾ ਬੈਂਚ ਦੇ ਨਾਲ ਕੀ ਰਿਸ਼ਤਾ ਹੈ, ਕਿੱਥੇ ਹੈਗੀ ਹੈ। ਫਿਰ ਓਵਰ ਦੱਸ ਰਿਹਾ ਹੈਲੀਕਾਪਟਰ ਤੇ ਹਾਊਸ ਦੇ ਵਿੱਚ ਕੀ ਸੰਬੰਧ ਹੈਗਾ। ਇਨਟੂ ਦੱਸ ਰਿਹਾ ਸਾਨੂੰ ਕਿ ਜਿਹੜਾ ਅਰਥਕੁਇਕ ਹੈਗਾ ਉਹਦਾ ਕੀ ਅਸਰ ਹੋਇਆ ਘਰਾਂ ਤੇ ਡੈਬਰਿਸ ਕਿਵੇਂ ਬਣੀ। ਤੇ ਅਗਲੇ ਦੇ ਵਿੱਚ ਬੀਨੀਥ ਜਿਹੜਾ ਹੈਗਾ ਉਹ ਸਿਮਰਨ ਅਰਥ ਤੇ ਫੀਟ ਨੂੰ ਇਕੱਠੇ ਜੋੜ ਰਹੀ ਹੈ। ਹੁਣ ਹੁੰਦਾ ਕੀ ਹੈ ਪ੍ਰੈਪੋਜੀਸ਼ਨ, ਆਪਾਂ ਇਹ ਕਹਿ ਸਕਦੇ ਹਾਂ ਪ੍ਰੈਪੋਜੀਸ਼ਨਸ ਰਿਲੇਟ ਨਾਉਨ, ਨਾਮ ਜਾਂ ਪ੍ਰੋਨਾਉਂਸ ਨੂੰ ਪੜਨਾਂਵ ਨੂੰ ਵਿਦ ਅਦਰ ਵਰਡਸ ਇਨ ਅ ਸੈਂਟੈਂਸ। ਜਿਵੇਂ ਮੈਂ ਕਹਾਂ ਵੂਮਨ ਸੈਟ ਔਨ ਦ ਬੈਂਚ, ਇਹਨੂੰ ਵੂਮਨ ਨੂੰ ਜੋੜ ਰਿਹਾ ਹੈ ਵਾਕ ਦੇ ਦੂਜੇ ਹਿੱਸੇ ਦੇ ਨਾਲ, ਕਿਹਦੇ ਨਾਲ, ਔਨ ਲਾ ਕੇ। ਦੂਜੀ ਗੱਲ ਆਰ ਆਲਵੇਜ਼ ਫੋਲੋਡ ਬਾਈ ਅ ਨਾਉਨ, ਜੋ ਕਿ ਇੱਕ ਆਬਜੈਕਟ ਦਾ ਕੰਮ ਕਰਦਾ ਹੈ, ਯਾਨੀ ਪ੍ਰੈਪੋਜੀਸ਼ਨ ਤੋਂ ਬਾਅਦ ਵਰਤਨ ਤੋਂ ਬਾਅਦ ਇੱਕ ਨਾਉਨ ਆਉਂਦਾ ਹੈ ਜੋ ਆਬਜੈਕਟ ਦਾ ਕੰਮ ਕਰਦਾ ਹੈ। ਹੁਣ ਦੇਖੋ ਪ੍ਰੈਪੋਜੀਸ਼ਨ ਕਿਹੇ ਜੀ ਹੁੰਦੀ ਹੈ। ਅੰਡਰ ਉਹਦੇ ਥੱਲੇ, ਓਵਰ ਦਾ ਮਤਲਬ ਉੱਪਰ, ਇਨ ਮਤਲਬ ਕਿਸੇ ਚੀਜ਼ ਦੇ ਅੰਦਰ, ਇਹ ਪ੍ਰੈਪੋਜੀਸ਼ਨ ਹੈਗੀ ਹੈ ਨਾ, ਇਹ ਬੰਦਾ ਇਸ ਦੇ ਅੰਦਰ ਹੈਗਾ। ਔਨ ਉਸਦੇ ਉੱਪਰ ਬਿਲਕੁਲ ਟੱਚ ਕਰ ਰਿਹਾ ਹੈ, ਓਵਰ ਦੇ ਵਿੱਚ ਟੱਚ ਨਹੀਂ ਕਰ ਰਿਹਾ। ਇਨ ਫਰੰਟ ਆਫ ਯਾਨੀ ਉਸਦੇ ਅੱਗੇ, ਬਿਹਾਈਂਡ ਪਿੱਛੇ, ਨੈਕਸਟ ਟੂ ਉਹਦੇ ਇਧਰਲੇ ਪਾਸੇ ਜਾਂ ਇੱਧਰ। ਇਹ ਸਾਰੀਆਂ ਪ੍ਰੈਪੋਜੀਸ਼ਨਸ ਹੈਗੀਆਂ ਨੇ ਜਿਹੜੀਆਂ ਦੱਸ ਰਹੀਆਂ ਨੇ ਵੀ ਇਹ ਜਿਹੜਾ ਨਾਉਨ ਹੈਗਾ ਇਹ ਦੂਜੇ ਨਾਉਨ ਦੇ ਨਾਲ ਕਿਹੜੀ ਪੋਜੀਸ਼ਨ ਤੇ ਹੈਗਾ ਜਾਂ ਕੀ ਰਿਸ਼ਤਾ ਹੈਗਾ ਉਹਦਾ। ਹੁਣ ਚਲੋ ਆਪਾਂ ਟਰਾਈ ਕਰਦੇ ਹਾਂ। ਇੱਕ ਐਕਟੀਵਿਟੀ ਦਿੱਤੀ ਹੋਈ ਹੈ, ਚੂਜ਼ ਸੂਟੇਬਲ ਪ੍ਰੈਪੋਜੀਸ਼ਨਸ ਫਰੋਮ ਦ ਬਾਕਸ ਟੂ ਫਿਲ ਇਨ ਦ ਗਿਵਨ ਬਲੈਂਕਸ। ਇਹ ਜਿਹੜੇ ਬਲੈਂਕਸ ਹੈਗੇ ਨੇ ਇਹਨਾਂ ਵਿੱਚ ਇਹ ਪ੍ਰੈਪੋਜੀਸ਼ਨਸ ਪੜ੍ਹਨੀਆਂ ਨੇ। The first one is done for you, ਪਹਿਲੀ ਕੀਤੀ ਹੋਈ ਹੈ। ਚਲੋ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ। There are trees, ਆ ਜਿਹੜੇ ਰੁੱਖ ਹੈਗੇ ਨੇ in front of our house, ਇਸ ਘਰ ਦੇ ਅੱਗੇ ਹੈਗੇ ਨੇ, ਮੈਂ ਲਿਖਤਾ in front of। ਦੂਜਾ look at the blackboard, blackboard ਵੱਲ ਦੇਖੋ। Keep the bags on the table, ਇਹ ਟੇਬਲ ਹੈਗਾ ਇਹਦੇ ਉੱਤੇ ਬੈਗ ਰੱਖੋ। The boy is looking for an answer, ਜਿਹੜਾ ਮੁੰਡਾ ਹੈਗਾ ਉਹ ਕਿਹਦੀ ਭਾਲ ਕਰ ਰਿਹਾ, ਜਵਾਬ ਦੀ। We went by bus to ਅੰਮ੍ਰਿਤਸਰ, ਜਦ ਆਪਾਂ ਵਾਹਨ ਦੀ ਗੱਲ ਕਰਦੇ ਆ by ਕਾਰ ਹੁੰਦਾ, by bus ਹੁੰਦਾ, ਠੀਕ ਹੈ। ਜਾਂ ਆਪਾਂ ਕਹਿ ਸਕਦੇ ਆ by ਸਾਈਕਲ। ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੇ ਵਾਹਨ ਹੁੰਦੇ ਨੇ ਉਹਨਾਂ ਨਾਲ by ਲੱਗਦਾ। He traveled with me from, ਕਿੱਥੋਂ, ਚੰਡੀਗੜ੍ਹ to ਪਟਿਆਲਾ, ਉਹਨੇ ਮੇਰੇ ਨਾਲ ਯਾਤਰਾ ਤੈਅ ਕੀਤੀ ਚੰਡੀਗੜ੍ਹ ਤੋਂ ਲੈ ਕੇ। from यानी जिथों शुरू होए, to यानी जिथे खत्म होए। the girl stood, हुन बेंच दे अंदर तां खड़ी हो नहीं सकती, बेंच दे उत्ते ही खड़ी हो सकती है, on the bench। look into, जब तुसी अंदर किसी चीज दे देखना हैगा, into the bags for our papers, अपने बैग दे अंदर देखो पेपर्स दे लई। go with सिमरन to the market, सिमरन नाल जाओ दुकान ते। run behind, call the man, यानी कि उसके पीछे जाओ ते उन्होंने बुलाओ।
ਅੱਗੇ ਇੱਕ ਹੋਰ ਐਕਟੀਵਿਟੀ ਦਿੱਤੀ ਗਈ ਹੈ ਸਾਨੂੰ, ਯੂਜ਼ਿੰਗ ਦ ਵਰਡਸ ਫੋਲੋਡ ਬਾय ਪ੍ਰੈਪੋਜੀਸ਼ਨ। ਇਹ ਜਿਹੜੇ ਵਰਡ ਹੈਗੇ ਨੇ ਇਹਨਾਂ ਪਿੱਛੇ ਆ ਦੇਖੋ ਪ੍ਰੈਪੋਜੀਸ਼ਨ ਲੱਗ ਰਹੀ ਹੈ, ਵਿਦ, ਫॉर, ऑफ, ਫॉर, ਵਿਦ, ऑफ, ਐਟ, ਅਪॉन, ਔਨ, ਟੂ। ਆਪਣੇ ਸੈਂਟੈਂਸਸ ਬਣਾਉਣੇ ਨੇ ਇਹਨਾਂ ਨੂੰ ਯੂਜ਼ ਕਰਕੇ। ਪਹਿਲਾਂ ਮੈਂ ਇਹਨਾਂ ਦਾ ਮਤਲਬ ਜਿਹੜਾ ਹੈਗਾ ਉਹ ਤੁਹਾਨੂੰ ਦੱਸ ਦਿੰਦੀ ਹਾਂ, ਫਿਰ ਤੁਸੀਂ ਵਾਕ ਬਣਾਉਣੇ ਨੇ। ਸਭ ਤੋਂ ਪਹਿਲਾਂ ਇੰਟਰਫੇਅਰ ਵਿਦ, ਯਾਨੀ ਕਿਸੇ ਨਾਲ ਦਖਲ ਦੇਣਾ, ਕਿਸੇ ਚੀਜ਼ ਵਿੱਚ ਦਖਲ ਦੇਣਾ। ਫਿਟ ਫॉर, ਇਸ ਲਈ ਬਿਲਕੁਲ ਠੀਕ ਹੈਗਾ। ਜਿਵੇਂ ਮੈਂ ਕਹਾਂ ਯੂ ਆਰ ਫਿਟ ਫॉर ਦਿਸ ਕਲਾਸ, ਮਤਲਬ ਇਸ ਕਲਾਸ ਦੇ ਲਈ ਤੁਸੀਂ ਬਿਲਕੁਲ ਠੀਕ ਹੈਗੇ ਹੋ, ਤੁਸੀਂ ਤੁਹਾਡੀ IQ ਇਸ ਕਲਾਸ ਦੇ ਨਾਲ ਮਿਲਦੀ ਜੁਲਦੀ ਹੈ। ਕੌਨਫੀਡੈਂਟ ਆਫ, ਮੈਨੂੰ ਇਸ ਚੀਜ਼ ਦਾ ਭਰੋਸਾ ਹੈਗਾ। ਸੌਰੀ ਫॉर, ਮੈਂ ਅਫਸੋਸ ਕਰਦੀ ਹਾਂ ਇਸ ਚੀਜ਼ ਲਈ। ਮਿਕਸ ਵਿਦ, ਉਹਦੇ ਨਾਲ ਮਿਲਾ ਦੋ, ਰਲਾ ਦੋ। ਮੇਕ ਫਨ ਆਫ, ਮਜ਼ਾਕ ਬਣਾਉਣਾ। ਪ੍ਰੇਜ਼ ਐਟ, ਪ੍ਰਾਰਥਨਾ ਕਰਨਾ। ਕਿੱਥੇ ਕਰਨੀ ਹੈ ਪ੍ਰਾਰਥਨਾ? ਐਟ ਦ ਚਰਚ, ਐਟ ਦ ਟੈਂਪਲ, ਐਟ ਦ ਗੁਰਦੁਆਰਾ। ਐਕਟਡ ਅਪॉन, ਯਾਨੀ ਕਾਰਵਾਈ ਕੀਤੀ। ਬੈਂਟ ਔਨ, ਯਾਨੀ ਝੁਕਿਆ ਹੋਇਆ। ਸੁਪੀਰੀਅਰ ਟੂ, ਉਸ ਤੋਂ ਉੱਪਰ। ਪਹਿਲਾ ਵਾਕ ਬਣਾਇਆ ਹੋਇਆ, ਆਈ ਡੂ ਨਾਟ ਲੈਟ ਮਾਈ ਮਿਊਜ਼ਿਕ ਲੈਸਨਸ ਇੰਟਰਫੇਅਰ ਵਿਦ ਮਾਈ ਸਟੱਡੀਜ਼। ਆ ਗਿਆ ਨਾ ਇੰਟਰਫੇਅਰ ਵਿਦ ਮਾਈ ਸਟੱਡੀਜ਼, ਵੀ ਮੈਂ ਮੇਰੇ ਜਿਹੜੇ ਸੰਗੀਤ ਦੇ ਪਾਠ ਹੈਗੇ ਨੇ ਉਹਨਾਂ ਨੂੰ ਮੇਰੀ ਪੜ੍ਹਾਈ ਦੇ ਨਾਲ ਮਤਲਬ ਆਪਸ ਦੇ ਵਿੱਚ ਰੁਕਾਵਟ ਨਹੀਂ ਬਣਨ ਦਿੰਦੀ ਕਿਸੇ ਤਰੀਕੇ ਨਾਲ। ਅਗਲਾ, ਆਈ ਐਮ ਨਾਟ ਫਿਟ ਫॉर ਪਲੇਇੰਗ ਫੁੱਟਬਾਲ, ਮੈਂ ਫੁੱਟਬਾਲ ਖੇਡਣ ਲਈ ਫਿਟ ਨਹੀਂ ਹੈਗੀ ਹਾਂ। आगे आ देखो ना, फिट फॉर। राम इज कॉन्फिडेंट ऑफ हिज ड्राइविंग स्किल्स, राम अपनी ड्राइविंग दे हुनर नूं लैके उन्होंने अपने ते भरोसा हैगा। आई एम सॉरी फॉर ब्रेकिंग द ग्लास, मैं कंच तोड़न दे लई माफ़ी मंगदी हाँ, अफसोस करदी हाँ। लेट द पास्ता मिक्स विद मिल्क, पास्ता नूं दुध दे नाल मिल जान दो। नेवर मेक फन ऑफ द पुअर, गरीबां दा कदे मखौल ना उड़ाओ। फन ऑफ। ही प्रेज एट द चर्च दीज डेज, वो चर्च जाता है अजकल प्रार्थना करन लई। ही एक्टेड अपॉन अगेंस्ट हिज फादर्स विशेस, हालांकि उहदे पापा नहीं चाहते सी पर फिर भी वो उसदे उल्ट काम कर गया। द बॉय इज बेंट ऑन द सीसो, सीसो यह जिहा झूला हुंदा है, उहदे उत्ते बच्चा जिहड़ा है वो झुकिया होया। अगला, योर बॉक्स इज सुपीरियर टू माइन, थोड़ा डब्बा मेरे नालों वधिया हैगा, अच्छी क्वालिटी दा हैगा। अगे चलते हैं, इत्थे एक्टिविटी दिती हुई है, प्रैक्टिस द फॉलोइंग पोएम विद योर पार्टनर, अपने दोस्त दे नाल जिहड़ी किताब विच पोएम दिती हुई है उन्होंने प्रैक्टिस करना है। मैना बारे दिती हुई है। इन अ कोल्ड मंथ, एक ठंडे महीने विच, अंडर द क्लाउडी स्काई, जिहड़ा आसमान हैगा उत्ते बदल छाए हुए ने उहदे थल्ले। नियर द डार्क फॉरेस्ट, घने जंगल दे बिल्कुल कोले। बिसाइड द रंबलिंग रिवर, गूंजदी नदी दे कोल। ऑन द सैंडी बैंक, एक रेतेले जे रेत वाले किनारे ते। अंडर द ग्रीन ट्री, हरे रुख दे हेठा। सैट अ ट्विटरिंग मैना, एक चिक चिक करती हुई, जिवें मैना बोलती है ना, मी 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 करती हुई मैना जिहड़ी हैगी वो बैठी सी। हुण देखो इत्थे ये जिहड़ी पोएम हैगी, इत्थे सारे प्रैपोजिशन यूज़ किए गए ने। इन, अंडर, नियर, बिसाइड, ऑन, अंडर, ये सारे प्रैपोजिशनस हैगे ने, इस दे नाल पोएम बनाई गई है। हुण हैगा लर्निंग टू लिसन, डिक्टेशन हैगी है। Listen to your teacher regarding an earthquake scene and fill in the blanks। ਤੁਹਾਡੇ ਅਧਿਆਪਕ ਇੱਕ earthquake ਭੂਚਾਲ ਦਾ ਜਿਹੜਾ ਦ੍ਰਿਸ਼ ਹੈਗਾ ਉਹ ਤੁਹਾਨੂੰ ਦੱਸਣਗੇ, ਉਸ ਹਿਸਾਬ ਨਾਲ ਤੁਸੀਂ ਜਿਹੜੇ blanks ਹੈਗੇ ਨੇ ਉਹਨਾਂ ਨੂੰ ਭਰਨਾ ਹੈ। The building is creaking and rattling। creaking ਦਾ ਮਤਲਬ ਹੁੰਦਾ ਹੈ ਜਦ ਕੋਈ ਚੀਜ਼ ਬਹੁਤ ਜ਼ਿਆਦਾ ਆਵਾਜ਼ ਕਰਦੀ ਹੈ, ਖਾਸ ਤੌਰ ਤੇ ਜਦ ਲੱਕੜ ਜਿਹੜੀ ਹੈ ਟੁੱਟਦੀ ਹੈ, ਇਮਾਰਤ ਟੁੱਟਦੀ ਹੈ ਤਾਂ ਆਵਾਜ਼ ਨਹੀਂ ਆਉਂਦੀ, ਤਾਂ ਉਵੇਂ ਹੀ creaking ਦੀ ਆਵਾਜ਼ ਆ ਰਹੀ ਸੀ। ਰੈਟਲਿੰਗ ਦਾ ਮਤਲਬ ਜਿਵੇਂ ਇੱਕ ਅਜਿਹੀ ਆਵਾਜ਼ ਜਦ ਬਹੁਤ ਜ਼ਿਆਦਾ ਜਿਹੜੀਆਂ ਮਜ਼ਬੂਤ ਚੀਜ਼ਾਂ ਨੇ ਇੱਕ ਦੂਜੇ ਵਿੱਚ ਵੱਜਦੀਆਂ ਨੇ, ਉਹੋ ਜਿਹੀ ਜਦ ਆਵਾਜ਼ ਆਉਂਦੀ ਹੈ। ਦੂਜਾ, ਬੁੱਕਸ ਆਰ ਫਾਲਿੰਗ ਫਰੋਮ ਦ ਬੁੱਕ ਕੇਸ, ਇਹ ਜਿਹੜਾ ਬੁੱਕ ਕੇਸ ਹੈਗਾ ਕਿਤਾਬਾਂ ਦੀ ਅਲਮਾਰੀ, ਉਹਦੇ ਤੋਂ ਕਿਤਾਬਾਂ ਡਿੱਗ ਰਹੀਆਂ ਸਨ। ਫੈਨਸ ਆਰ ਸਵਿੰਗਿੰਗ, ਪੱਖੇ ਹਿਲ ਰਹੇ ਸਨ। ਦ ਬੁੱਕ ਕੇਸ ਫਾਲਸ ਔਨ ਦ ਫਲੋਰ, ਇਹ ਜਿਹੜਾ ਕਿਤਾਬਾਂ ਦੀ अलमारी हैगी है ये थले फर्श ते गिर जाती है।
द विंडोज आर रैटलिंग, ਜਿਹੜੀਆਂ ਆਪਣਾ ਇਹ ਬਾਰੀਆਂ ਹੈਗੀਆਂ ਨੇ ਇਹ ਜ਼ੋਰ-ਜ਼ੋਰ ਦੀ ਹਿਲ ਰਹੀਆਂ ਸਨ ਤੇ ਆਵਾਜ਼ ਕਰ ਰਹੀਆਂ ਸਨ। ਅ ਕਾਰ ਅਲਾਰਮ ਸਾਊਂਡਸ, ਗੱਡੀ ਵੀ ਜਿਵੇਂ ਪਿੱਛੋਂ ਕੋਈ ਚੀਜ਼ ਆ ਕੇ ਵੱਜਦੀ ਹੈ ਤਾਂ ਸਾਊਂਡ ਨਹੀਂ ਕਰਦੀ ਬੀਪ ਦੀ, ਉਹੋ ਜਿਹੀ ਆਵਾਜ਼ ਆ ਰਹੀ ਸੀ ਜਿਵੇਂ ਅਲਾਰਮ ਵੱਜਦਾ ਹੈ। ਡੌਗਸ ਆਰ ਬਾਰਕਿੰਗ, ਕੁੱਤੇ ਭੌਂਕ ਰਹੇ ਸੀ। ਅ ਬੇਬੀ ਇਜ਼ ਕਰਾਈਂਗ, ਬੱਚਾ ਰੋ ਰਿਹਾ ਸੀ। ਪੀਪਲ ਆਰ ਸ਼ਾਊਟਿੰਗ, ਲੋਕ ਰੌਲਾ ਪਾ ਰਹੇ ਸੀ। ਦ ਸ਼ੇਕਿੰਗ ਇਜ਼ ਮੇਕਿੰਗ ਟੈਂਪਲ ਬੈਲਸ ਰਿੰਗ, ਕਿਉਂਕਿ ਇੰਨੀ ਆਪਾਂ ਕਹਿ ਸਕਦੇ ਹਾਂ ਇਹ ਧਰਤੀ ਇੰਨੀ ਹਿੱਲ ਰਹੀ ਸੀ ਕਿ ਹਿੱਲਣ ਕਰਕੇ ਮੰਦਿਰ ਦੀਆਂ ਜਿਹੜੀਆਂ ਘੰਟੀਆਂ ਸੀ ਉਹ ਜ਼ੋਰ-ਜ਼ੋਰ ਦੀ ਵੱਜ ਰਹੀਆਂ ਸਨ। There are crashing sounds from bricks falling to the ground, ਜਿਵੇਂ ਇੱਟਾਂ ਜਿਹੜੀਆਂ ਹੈਗੀਆਂ ਨੇ ਉਹ ਜ਼ਮੀਨ ਤੇ ਗਿਰ ਰਹੀਆਂ ਸਨ ਕਿਉਂਕਿ ਇਮਾਰਤਾਂ ਢਹਿ ਰਹੀਆਂ ਸਨ, ਇਸੇ ਕਰਕੇ ਜਿਵੇਂ ਜ਼ੋਰ ਦੇ ਕੋਈ ਬਿਲਡਿੰਗ ਥੱਲੇ ਗਿਰਦੀ ਉਹੋ ਜਿਹੀ ਆਵਾਜ਼ ਆ ਰਹੀ ਸੀ। ਟਰੀਜ਼ ਆਊਟਸਾਈਡ ਆਰ ਸਵੇਇੰਗ, ਜਿਹੜੇ ਰੁੱਖ ਹੈਗੇ ਨੇ ਉਹ ਹਿਲ ਰਹੇ ਨੇ। ਡਰੌਪ, ਟੇਕ ਕਵਰ ਐਂਡ ਹੋਲਡ ਔਨ ਟੂ ਐਨ ਆਬਜੈਕਟ, ਯਾਨੀ ਨੀਚੇ ਝੁਕ ਜਾਓ, ਆਪਣੇ ਸਿਰ ਤੇ ਕੋਈ ਕਵਰ ਲੈ ਲਓ, ਬੇਸ਼ੱਕ ਟੇਬਲ ਹੇਠਾਂ ਝੁਕ ਜਾਓ ਤੇ ਨਾਲ ਦੇ ਨਾਲ ਕਿਸੇ ਚੀਜ਼ ਨੂੰ ਫੜ ਲਓ। ਸਟੇ ਇਨ ਦ ਡਰੌਪ, ਕਵਰ ਐਂਡ ਹੋਲਡ ਔਨ ਪੋਜੀਸ਼ਨ ਅੰਡਰ ਦ ਡੈਸਕ। ਆ ਦੇਖੋ ਫਟਾਫਟ ਇੱਥੇ ਥੱਲੇ ਝੁਕ ਜਾਓ, ਕਵਰ ਤੇ ਉਸ ਤੋਂ ਬਾਅਦ ਇਹਨੂੰ ਫੜ ਕੇ ਬੈਠ ਜਾਓ, ਠੀਕ ਹੈ, ਤਾਂ ਕਿ ਸਿਰ ਤੇ ਸੱਟ ਨਾ ਵੱਜੇ। ਅੱਗੇ ਹੈਗਾ ਲਰਨਿੰਗ ਟੂ ਸਪੀਕ, ਐਕਟੀਵਿਟੀ ਦਿੱਤੀ ਗਈ ਹੈ। You have read a newspaper report on the tsunami warning issued for Kanyakumari. ਤੁਸੀਂ ਕੰਨਿਆਕੁਮਾਰੀ ਲਈ ਜਾਰੀ ਕੀਤੀ ਗਈ ਸੁਨਾਮੀ ਦੀ ਚੇਤਾਵਨੀ ਬਾਰੇ ਇੱਕ ਅਖਬਾਰ ਵਿੱਚ ਇੱਕ ਰਿਪੋਰਟਰ ਦੀ ਜਿਹੜੀ ਗੱਲ ਹੈਗੀ ਉਹ ਪੜ੍ਹ ਲਈ ਜਾਂ ਰਿਪੋਰਟ ਪੜ੍ਹ ਲਈ। Tell your partner about what you have read, ਆਪਣੇ ਜਿਹੜੇ ਦੋਸਤ ਹੈਗਾ ਉਹਨੂੰ ਦੱਸਣਾ ਵੀ ਤੁਸੀਂ ਕੀ ਪੜ੍ਹਿਆ। Your partner will ask you questions on tsunami, ਤੁਹਾਡਾ ਦੋਸਤ ਤੁਹਾਨੂੰ ਸੁਨਾਮੀ ਦੇ ਉੱਤੇ ਜਿਹੜੇ ਸਵਾਲ ਹੈਗੇ ਨੇ ਉਹ ਪੁੱਛੇਗਾ। ਸੁਨਾਮੀ ਕਿਉਂ ਆਉਂਦੀ ਹੈ? ਦੇਖੋ ਬੇਟਾ, ਜਦ ਸਮੁੰਦਰ ਦੇ ਵਿੱਚ ਭੂਚਾਲ ਆ ਜਾਂਦਾ, ਲਹਿਰਾਂ ਬਹੁਤ ਤੇਜ਼ੀ ਨਾਲ ਫਿਰ ਚੱਲਣਾ ਸ਼ੁਰੂ ਕਰ ਦਿੰਦੀਆਂ ਨੇ, ਜਿਹਦੇ ਕਰਕੇ ਸੁਨਾਮੀ ਆ ਜਾਂਦੀ ਹੈ। The given image will help you understand what a tsunami is. ਆ ਦੇਖੋ, ਆ ਤਸਵੀਰ ਦੇ ਨਾਲ ਤੁਹਾਨੂੰ ਪਤਾ ਲੱਗ ਜੂਗਾ ਵੀ ਸੁਨਾਮੀ ਕੀ ਹੁੰਦੀ ਹੈ। ਸੁਨਾਮੀ ਦੇ ਵਿੱਚ ਨਾ ਇਹ ਟੀ ਜਿਹੜਾ ਹੈ ਇਹ ਸਾਇਲੈਂਟ ਹੁੰਦਾ, ਇਹਦੀ ਕੋਈ ਆਵਾਜ਼ ਨਹੀਂ ਹੁੰਦੀ। ਚਲੋ ਆਪਾਂ ਇਹ ਗੱਲਬਾਤ ਦੇਖਦੇ ਹਾਂ ਵੀ ਕੀ ਹੁੰਦੀ ਹੈ ਦੋ ਦੋਸਤਾਂ ਵਿੱਚ। ਮਾਨਵ ਤੇ ਅੰਕਿਤ ਦੋ ਦੋਸਤ ਨੇ, ਤੁਸੀਂ ਨਾਮ ਬਦਲ ਸਕਦੇ ਹੋ। ਮਾਨਵ ਕਹਿੰਦਾ ਹੈ, ਅੰਕਿਤ, do you know there is a tsunami warning for Kanyakumari in the today's newspaper ਜਾਂ in today's newspaper? ਵੀ ਅੰਕਿਤ, ਕੀ ਤੈਨੂੰ ਪਤਾ ਹੈ ਕਿ ਅੱਜ ਦੇ ਪੇਪਰ ਵਿੱਚ ਕੰਨਿਆਕੁਮਾਰੀ ਲਈ ਸੁਨਾਮੀ ਦੀ ਚੇਤਾਵਨੀ ਕੱਢੀ ਹੋਈ ਆ? ਅੰਕਿਤ ਕਹਿੰਦਾ, ਓ ਨੋ, when is it expected? what is tsunami? ਵੀ ਮੈਨੂੰ ਨਹੀਂ ਪਤਾ ਹੈ ਕਦੋਂ ਦੀ ਉਮੀਦ ਹੈ ਸੁਨਾਮੀ ਆਣੀ ਹੈ ਤੇ ਸੁਨਾਮੀ ਹੁੰਦੀ ਕੀ ਹੈ? ਮਾਨਵ ਕਹਿੰਦਾ ਹੈ, it is expected any time between 10 AM to 12 AM ਨਹੀਂ ਹੁੰਦਾ, ਇਹ ਦੇਖੋ ਜਾਣ ਕੇ ਗਲਤੀਆਂ ਕੀਤੀ ਹੈ। 12 ਜਿਹੜਾ ਹੁੰਦਾ ਨੂਨ ਹੁੰਦਾ, ਦੁਪਹਿਰ ਦਾ ਸਮੇਂ ਵੀ ਅੱਜ ਆ ਸਕਦੀ ਹੈ ਕਿਸੇ ਵੀ ਸਮੇਂ 10 ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਦਿਨ ਵਿੱਚ। A tsunami is a huge sea wave rising about 25 feet high from the sea level. ਸੁਨਾਮੀ ਕੀ ਹੁੰਦਾ? ਇੱਕ ਉੱਚੀ ਜਿਹੀ ਆਪਾਂ ਕਹਿ ਸਕਦੇ ਹਾਂ ਵਿਸ਼ਾਲ ਸਮੁੰਦਰੀ ਲਹਿਰ ਜੋ ਸਮੁੰਦਰ ਦੇ ਪੱਧਰ ਤੋਂ ਲਗਭਗ 25 ਫੁੱਟ ਉੱਚੀ ਹੁੰਦੀ ਹੈ। It is very dangerous as it brings a lot of death and destruction with it. ਇਹ ਬਹੁਤ ਖਤਰਨਾਕ ਹੈ ਕਿਉਂਕਿ ਇਹ ਆਪਣੇ ਨਾਲ ਬਹੁਤ ਸਾਰੀ ਮੌਤਾਂ ਤੇ ਤਬਾਹੀ ਲੈ ਕੇ ਆਉਂਦੀ ਹੈ। ਅੰਕਿਤ ਪੁੱਛਦਾ ਹੈ, how does it originate? ਵੀ ਇਹ ਪੈਦਾ ਕਿਵੇਂ ਹੁੰਦੀ ਹੈ? ਮਾਨਵ ਕਹਿੰਦਾ ਹੈ, it originates due to an earthquake in the sea surface. ਸਮੁੰਦਰ ਦੇ ਪੱਧਰ ਤੇ ਜਦ ਇੱਕ ਭੂਚਾਲ ਆ ਜਾਂਦਾ ਜਿਹਦੇ ਕਰਕੇ ਜਿਹੜੀਆਂ ਲਹਿਰਾਂ ਹੈਗੀਆਂ ਨੇ ਉਹ ਸਪੀਡ ਚੁੱਕ ਲੈਂਦੀਆਂ ਨੇ। ਵੋਲਕੈਨਿਕ ਇਰਪਸ਼ਨ ਅੰਡਰ ਦ ਸੀ ਆਲਸੋ ਗਿਵਸ ਬਰਥ ਟੂ ਸੁਨਾਮੀ। ਇੱਕ ਤਾਂ ਭੂਚਾਲ, ਦੂਜਾ ਸਮੁੰਦਰ ਦੇ ਥੱਲੇ ਜੇ ਇੱਕ ਵੋਲਕੈਨੋ ਆ ਜਾਂਦਾ ਹੈ, ਯਾਨੀ ਆਪਾਂ ਇਹ ਕਹਿ ਸਕਦੇ ਹਾਂ ਵੀ ਸਮੁੰਦਰ ਦੇ ਹੇਠਾਂ ਇੱਕ ਜਵਾਲਾਮੁਖੀ ਜੇ ਫਟ ਜਾਂਦਾ ਤਾਂ ਵੀ ਇਹ ਜਿਹੜੀ ਸੁਨਾਮੀ ਹੈਗੀ ਹੈ ਜਨਮ ਲੈ ਲੈਂਦੀ ਹੈ। ਆਰ ਦੇयर ਐਨੀ ਪ੍ਰੀਕਾਸ਼ਨਰੀ ਮੈਜਰਸ? ਕਿ ਇਸ ਨੂੰ ਰੋਕਣ ਦੇ ਲਈ ਕੋਈ ਸਾਵਧਾਨੀ ਦੇ ਉਪਾਏ ਹੈਗੇ ਨੇ? ਮਾਨਵ ਕਹਿੰਦਾ, ਪੀਪਲ ਹੈਵ ਬੀਨ ਵਾਰਨਡ ਟੂ ਗੋ ਟੂ ਲੈਂਡ ਫਰੋਮ ਦ ਸੀ ਸ਼ੋਰ। ਵੀ ਲੋਕਾਂ ਨੂੰ ਕਿਹਾ ਗਿਆ, ਚੇਤਾਵਨੀ ਦਿੱਤੀ ਗਈ ਹੈ ਵੀ
ਜਿਹੜੇ ਸਮੁੰਦਰੀ ਕਿਨਾਰੇ ਹੈਗੇ ਨੇ ਉਹ ਤੋਂ ਪਰੇ ਜ਼ਮੀਨ ਵੱਲ ਨੂੰ ਚਲੇ ਜਾਣ। ਸਮੁੰਦਰ ਦੇ ਤੱਟ ਤੋਂ ਦੇਖੋ ਪਾਣੀ ਵੱਲ ਨੂੰ ਨਹੀਂ, ਮੈਂ ਕਲੀਅਰ ਕੀਤਾ ਹੈ, ਟੁਵਰਡਸ ਦ ਲੈਂਡ। ਫਿਸ਼ਰਮੈਨ ਹੈਵ ਬੀਨ ਵਾਰਨਡ ਅਗੇਂਸਟ ਦ ਡੇਂਜਰ, ਤੇ ਨਾਲ ਦੀ ਨਾਲ ਮਛੁਆਰਿਆਂ ਨੂੰ ਵੀ ਖਤਰੇ ਦੇ ਬਾਰੇ ਸੂਚਿਤ ਕੀਤਾ ਗਿਆ ਵੀ ਉਹ ਮੱਛੀ ਫੜਨ ਨਾ ਜਾਣ। ਦੇ ਆਰ ਆਸਕਡ ਨਾਟ ਟੂ ਗੋ ਫॉर ਫਿਸ਼ਿੰਗ ਫॉर ਦ ਡੇ, ਵੀ ਅੱਜ ਦੇ ਦਿਨ ਉਹ ਮੱਛੀ ਫੜਨ ਨਾ ਜਾਣ। ਅੰਕਿਤ ਕਹਿੰਦਾ ਵਾਟ ਹੈਪਨਸ ਡਿਊਰਿੰਗ ਸੁਨਾਮੀ, ਵੀ ਸੁਨਾਮੀ ਦੌਰਾਨ ਕੀ ਹੁੰਦਾ ਹੈ। ਮਾਨਵ ਕਹਿੰਦਾ ਇਟ ਹਿਟਸ ਦ ਸੀ ਕੋਸਟ ਐਂਡ ਵਾਸ਼ਿਸ ਅਵੇ ਐਵਰੀਥਿੰਗ ਦੈਟ ਕਮਸ ਇਨ ਇਟਸ ਵੇ। ਇਹ ਸਮੁੰਦਰ ਦੇ ਤੱਟ ਨਾਲ ਟਕਰਾਉਂਦੀ ਹੈ ਅਤੇ ਇਸ ਦੇ ਰਾਹ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਇਹ ਆਪਣੇ ਨਾਲ ਬਹਾ ਕੇ ਲੈ ਜਾਂਦੀ ਹੈ। ਇਟ ਰਨਸ ਐਟ ਅ ਵੈਰੀ ਹਾਈ ਸਪੀਡ, ਤੇ ਬਹੁਤ ਤੇਜ਼ੀ ਨਾਲ ਆਉਂਦੀ ਹੈ ਜਾਂ ਤੇਜ਼ ਰਫ਼ਤਾਰ ਨਾਲ ਚੱਲਦੀ ਹੈ। ਬਿਲਡਿੰਗਸ ਕ੍ਰੈਸ਼ ਡਾਊਨ, ਇਮਾਰਤਾਂ ਢੇਰੋ ਢੇਰ ਹੋ ਜਾਂਦੀਆਂ ਨੇ। ਇਲੈਕਟ੍ਰਿਕ ਪੋਲਸ ਐਂਡ ਬਿਗ ਟਰੀਜ਼ ਆਰ ਅਪਰੂਟਡ, ਬਿਜਲੀ ਦੇ ਖੰਭੇ ਤੇ ਵੱਡੇ ਜਿਹੜੇ ਦਰਖਤ ਹੁੰਦੇ ਨੇ ਉਹ ਉਖੜ ਜਾਂਦੇ ਨੇ। ਕਮਿਊਨੀਕੇਸ਼ਨ ਸਿਸਟਮ ਇਜ਼ ਡੈਮੇਜਡ, ਸੰਚਾਰ ਦੀ ਜਿਹੜੀ ਪ੍ਰਣਾਲੀ ਹੁੰਦੀ ਹੈ ਉਹ ਖਰਾਬ ਹੋ ਜਾਂਦੀ ਹੈ, ਵਾਇਰਸ ਖਰਾਬ ਹੋ ਜਾਂਦੀਆਂ ਨੇ। ਪੀਪਲ ਐਂਡ ਕੈਟਲ ਨੀਅਰ ਦ ਸੀ ਕੋਸਟ ਆਰ ਵਾਸ਼ਡ ਆਫ, ਸਮੁੰਦਰੀ ਤੱਟ ਦੇ ਨੇੜੇ ਜਿਹੜੇ ਲੋਕ ਹੁੰਦੇ ਨੇ ਤੇ ਨਾਲ ਦੀ ਨਾਲ ਜਿਹੜੇ ਪਸ਼ੂ ਹੁੰਦੇ ਨੇ ਉਹ ਵੀ ਇਸ ਬਹਾਵ ਦੇ ਨਾਲ ਅੱਗੇ ਨਿਕਲ ਜਾਂਦੇ ਨੇ। ਨਥਿੰਗ ਸਰਵਾਈਵਸ, ਕੁਝ ਵੀ ਨਹੀਂ ਬਚਦਾ। ਠੀਕ ਹੈ, ਇਹ ਦੋ ਦੋਸਤਾਂ ਦੇ ਵਿੱਚ ਜਿਹੜੀ ਗੱਲਬਾਤ ਸੀ ਉਹ ਵੀ ਆਪਾਂ ਸੋਲਵ ਕਰ ਲਈ। ਅੱਗੇ ਹੈ ਲਰਨਿੰਗ ਟੂ ਰਾਈਟ, ਗਰੁੱਪ ਐਕਟੀਵਿਟੀ ਹੈਗੀ ਹੈ। ਇੰਡੀਆ ਐਂਡ ਦ ਹੋਲ ਵਰਲਡ suffered an attack of novel coronavirus due to which everyone had to stay at home। ਭਾਰਤ ਅਤੇ ਪੂਰੀ ਦੁਨੀਆ ਵਿੱਚ ਨੋਵੇਲ ਕੋਰੋਨਾ ਵਾਇਰਸ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੂੰ, ਤੇ ਇਸ ਕਾਰਨ ਸਾਰਿਆਂ ਨੂੰ ਘਰ ਵਿੱਚ ਹੀ ਰਹਿਣਾ ਪਿਆ ਸੀ। It was done to stay away from other people who might be infected with virus। ਤੇ ਇਹ ਦੂਜੇ ਲੋਕਾਂ ਤੋਂ ਦੂਰ ਰਹਿਣ ਲਈ ਕੀਤਾ ਗਿਆ ਸੀ ਜੋ ਕਿ ਵਾਇਰਸ ਦੇ ਸੰਪਰਕ ਵਿੱਚ ਹੋ ਸਕਦਾ ਹੈ ਆਏ ਹੋਏ ਹੋਣ, ਵੀ ਤੁਸੀਂ ਬਚ ਜਾਓ। ਇਟ ਇਜ਼ ਕਾਲਡ ਸੋਸ਼ਲ ਡਿਸਟੈਂਸਿੰਗ, ਇਹ ਤਾਂ ਸਾਨੂੰ ਪਤਾ ਹੈ ਨਾ ਵੀ ਸੋਸ਼ਲ ਡਿਸਟੈਂਸਿੰਗ ਕਿਹਾ ਜਾਂਦਾ ਸੀ ਇਹਨੂੰ। ਮੇਕ ਅ ਲਿਸਟ ਆਫ ਡੂਸ, ਜਿਹੜੇ ਕੰਮ ਕਰਨੇ ਚਾਹੀਦੇ ਨੇ, ਧਿਆਨ ਰੱਖਣੇ ਚਾਹੀਦੇ ਨੇ, ਐਂਡ ਡੋਂਟਸ, ਜੋ ਨਹੀਂ ਕਰਨੇ ਚਾਹੀਦੇ। that the government and TV channels were telling us, ਜਿਹੜੀ ਜਾਣਕਾਰੀ ਸਰਕਾਰ ਸਾਡੇ ਤੱਕ ਪਹੁੰਚਾ ਰਹੀ ਸੀ ਵੀ ਇਹ ਕਰੋ, ਜਾਂ ਟੀਵੀ ਦੇ ਚੈਨਲ ਰਾਹੀਂ ਸਾਨੂੰ ਮਿਲ ਰਹੀ ਸੀ, ਉਹਦੇ ਬਾਰੇ ਆਪਾਂ ਇੱਥੇ ਲਿਖਣਾ ਹੈ। ਡੂਜ਼ ਦੇ ਵਿੱਚ ਜੋ ਆਪਾਂ ਨੂੰ ਕਰਨਾ ਚਾਹੀਦਾ ਹੈ, ਪਹਿਲੀ ਗੱਲ wash your hands for 20 seconds regularly many times a day। ਦਿਨ ਵਿੱਚ ਕਈ ਵਾਰ ਆਪਣੇ ਜਿਹੜੇ ਹੱਥ ਹੈਗੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ 20 ਸੈਕਿੰਡ ਦੇ ਨਾਲ 20 ਸੈਕਿੰਡ ਲਈ ਧੋਵੋ। ਦੂਜਾ ਸਟੇ ਐਟ ਹੋਮ, ਘਰ ਵਿੱਚ ਰਹੋ। ਤੀਜਾ ਕਵਰ ਯੋਰ ਮਾਊਥ ਐਂਡ ਨੋਜ਼ ਵਿਦ ਅ ਮਾਸਕ, ਆਪਣਾ ਮੂੰਹ ਨੱਕ ਇੱਕ ਮਾਸਕ ਦੇ ਨਾਲ ਢੱਕ ਕੇ ਰੱਖੋ। ਫੋਰਥ ਮੇਨਟੇਨ ਸੋਸ਼ਲ ਡਿਸਟੈਂਸਿੰਗ, ਸੋਸ਼ਲ ਡਿਸਟੈਂਸਿੰਗ ਦਾ ਮਤਲਬ ਦੂਰੀ ਬਣਾ ਕੇ ਰੱਖੋ। ਸੈਨੀਟਾਈਜ਼ ਯੋਰ ਹੈਂਡਸ ਇਫ ਯੂ ਟੱਚ ਸਮਥਿੰਗ, ਜਦ ਵੀ ਕਿਸੇ ਚੀਜ਼ ਨੂੰ ਤੁਸੀਂ ਛੂੰਹਦੇ ਹੋ ਤਾਂ ਆਪਣੇ ਹੱਥਾਂ ਨੂੰ ਸੈਨੀਟਾਈਜ਼ ਜ਼ਰੂਰ ਕਰੋ। ਡੋਂਟਸ ਦੇ ਵਿੱਚ ਜੋ ਨਹੀਂ ਕਰਨਾ, ਡੋਂਟ ਟੱਚ ਯੋਰ ਮਾਊਥ ਐਂਡ ਨੋਜ਼ ਟਾਈਮ ਐਂਡ ਅਗੇਨ, ਬਾਰ-ਬਾਰ ਮੂੰਹ ਨੂੰ ਹੱਥ ਨਾ ਲਾਓ, ਨੱਕ ਨੂੰ ਹੱਥ ਨਾ ਲਾਓ। ਨੈਵਰ ਗੋ ਆਊਟ ਵਿਦਆਊਟ ਅ ਮਾਸਕ, ਮਾਸਕ ਤੋਂ ਬਗੈਰ ਬਾਹਰ ਨਾ ਨਿਕਲੋ। ਡੋਂਟ ਮੂਵ ਔਨ ਰੋਡ ਵਿਦਆਊਟ ਐਨੀ ਪਰਪਸ, ਵੀ ਸੜਕਾਂ ਤੇ ਨਾ ਘੁੰਮੋ ਜਦ ਕੋਈ ਕਾਰਨ ਹੀ ਨਹੀਂ ਹੈ, ਬਿਨਾਂ ਕਾਰਨ ਤੋਂ ਹੀ ਘੁੰਮਦੇ ਰਹਿੰਦੇ ਆ ਲੋਕ, ਉਹ ਨਹੀਂ ਕਰਨਾ ਚਾਹੀਦਾ। ਡੋਂਟ ਸਪਿਟ ਇਨ ਦੀ ਓਪਨ, ਖੁੱਲੇ ਵਿੱਚ ਥੁੱਕੋ ਨਾ। ਨੈਵਰ ਯੂਜ਼ ਅ ਯੂਜ਼ਡ ਮਾਸਕ ਯੂਜ਼ਡ ਬਾਈ ਐਨੀਵਨ, ਕਦੇ ਵੀ ਜਿਹੜਾ ਮਾਸਕ ਹੈ ਕਿਸੇ ਨੇ ਵਰਤਿਆ ਹੋਇਆ ਉਹ ਤੁਹਾਨੂੰ ਨਹੀਂ ਯੂਜ਼ ਕਰਨਾ ਚਾਹੀਦਾ, ਆਪਣਾ ਫਰੈਸ਼ ਮਾਸਕ ਲਓ। ਅਗਲਾ ਲਰਨਿੰਗ ਟੂ ਯੂਜ਼ ਲੈਂਗੁਏਜ, ਵੀ ਲੈਂਗੁਏਜ ਕਿਵੇਂ ਯੂਜ਼ ਕਰਨੀ ਹੈ। ਐਕਟੀਵਿਟੀ ਦਿੱਤੀ ਹੋਈ ਹੈ, ਸਟੱਡੀ ਦ ਫੋਲੋਇੰਗ ਟੇਬਲ ਐਂਡ ਦ ਪਿਕਚਰ। ਆ ਟੇਬਲ ਹੈਗਾ ਤੇ ਇੱਥੇ ਆ ਦੇਖੋ ਪਿਕਚਰ ਦਿੱਤੀ ਹੋਈ ਹੈ। ਅੱਛਾ, ਇਹਦੇ ਵਿੱਚ ਕੀ ਕਰਨਾ ਹੈ? Take hints from the picture and write 5 points on how you saved yourself and your friend when an earthquake came। ਤਸਵੀਰ ਨੂੰ ਦੇਖਦੇ ਹੋਏ ਤੁਸੀਂ 5 ਪੁਆਇੰਟ ਲਿਖਣੇ ਨੇ ਵੀ ਕਿਵੇਂ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਦੋਸਤ ਨੂੰ ਬਚਾਇਆ ਜਦ ਭੂਚਾਲ ਆਇਆ। when you were having lunch during your school break, ਤੇ ਭੂਚਾਲ ਆਇਆ ਕਦ ਸੀ? ਜਦ ਲੰਚ, ਅੱਧੀ ਛੁੱਟੀ ਚੱਲ ਰਹੀ ਸੀ ਸਕੂਲ ਦੇ ਵਿੱਚ।
ਹੁਣ योर लोकेशन ਤੁਹਾਡੀ ਜਿਹੜੀ ਲੋਕੇਸ਼ਨ ਹੈਗੀ ਤੁਸੀਂ ਕਿੱਥੇ ਹੈਗੇ ਹੋ ਦੋ ਹੋ ਸਕਦੀਆਂ ਨੇ ਜਾਂ ਤਾਂ ਤੁਸੀਂ ਸਕੂਲ ਦੇ ਅੰਦਰ ਹੋ ਜਾਂ ਪਲੇਗਰਾਉਂਡ ਦੇ ਵਿੱਚ ਹੈਗੇ ਹੋ ਯਾਨੀ ਆਊਟਡੋਰਸ ਉਹਦੇ ਵਿੱਚ ਡੂਜ਼ ਕੀ ਹੈਗੇ ਨੇ ਜਦ ਤੁਸੀਂ ਅੰਦਰ ਹੈਗੇ ਹੋ ਕਲਾਸਰੂਮ ਦੇ ਵਿੱਚ ਤੁਹਾਨੂੰ ਕੀ ਕੀ ਕਰਨਾ ਚਾਹੀਦਾ ਜੇ ਭੁਚਾਲ ਆ ਜੇ ਡ੍ਰੌਪ ਟੇਕ ਕਵਰ ਅੰਡਰ ਅ ਸਟਰੋਂਗ ਟੇਬਲ ਔਰ ਡੈਸਕ ਐਂਡ ਹੋਲਡ ਔਨ यानी नीचे झुक जाओ तो एक मजबूत मेज या डेस्क के हेठा तुसी अपने आप नू आ देखो ढक लो तो उस तो बाद एक सिरे तो उन्होंने फाड़ लो यही किया गया। अगली गल स्टैंड नियर द इनर वॉल और सिट बाय स्ट्रॉन्ग फर्नीचर एंड कवर योर हेड एंड नैक विद योर आर्म्स जे टेबल नहीं है तो किनारे दे विच जाके खड़े हो जाओ तो ਉਹ ਵੀ ਨਹੀਂ ਹੈਗਾ ਤਾਂ ਇੱਕ ਮਜ਼ਬੂਤ ਜਿਹਾ ਫਰਨੀਚਰ ਜਿਹੜਾ ਹੈਗਾ ਸਮਾਨ ਜਿਹੜਾ ਹੈ ਉਹਦੇ ਤੇ ਉਹਦੇ ਬਿਲਕੁਲ ਕੋਲੇ ਬੈਠ ਜਾਓ ਠੀਕ ਹੈ ਜਿਵੇਂ ਚੇਅਰ ਹੈਗੀ ਉਹਦੇ ਨੇੜੇ ਬੈਠ ਜਾਓ ਤਾਂ ਕਿ ਉਹ ਬੋਝ ਜਿਹੜਾ ਹੈ ਵਜਨ ਜਿਹੜਾ ਉਹ ਸਹਿ ਲੇ ਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਕਵਰ ਕਰ ਲਓ ਤੇ ਆਪਣਾ ਜਿਹੜਾ ਸਿਰ ਹੈਗਾ ਉਹ ਥੱਲੇ ਵੱਲ ਨੂੰ ਕਰ ਲਓ ਆ ਦੇਖੋ ਇਹ ਜਿਵੇਂ ਇੱਥੇ ਹੈਗਾ ਨਾ ਉਵੇਂ ਹੀ ਇਹਦੇ ਨਾਲ ਜੇ ਤੁਸੀਂ ਬੈਠ ਜਾਓਗੇ ਤਾਂ ਆਪਣਾ ਸਿਰ ਜਿਹੜਾ ਹੈ ਆਪਣੇ ਹੱਥਾਂ ਨਾਲ ਤੁਸੀਂ ਕਵਰ ਕਰ ਲੈਣਾ। अगली गल जे तुसी बाहर हैगे हो फिर की करना है स्टे इन एन ओपन एरिया खुले मैदान विच ही रहो अवे फ्रॉम एनी वॉल्स और स्ट्रीट्स क्योंकि भूचाल आने कारण जी इमारत है वह भी गिर सकती है रुख भी गिर सकते हैं उन्होंने तो दूर हो जाओ। अच्छा हुण डोंट्स जे तुसी अंदर हैगे हो की नहीं करना स्टे क्लोज टू विंडो जी विंडो हैगी उहदे कोले नहीं खड़े होना फायर प्लेस अग दी थां दे कोले नहीं खड़े होना appliances such as the fridge और TV ਜਿਹੜੇ इलैक्ट्रिकल चीज़ां ने ਉਹਦੇ ਕੋਲੇ नहीं खड़े होना क्योंकि बिजली ਦਾ ਝਟਕਾ ਲੱਗ ਸਕਦਾ है। stay close to cupboards or furniture or any other object that may topple or fall मतलब ਤੁਸੀਂ ਇਹ ਕਹਿ ਲਓ ਵੀ ਛੋਟੀ ਜਿਹੀ ਅਲਮਾਰੀ ਉਹਦੇ ਕੋਲੇ ਵੀ ਨਹੀਂ ਖੜੇ ਹੋਣਾ ਕੋਈ ਹੋਰ ਫਰਨੀਚਰ ਜੇ ਤੁਹਾਨੂੰ ਲੱਗਦਾ ਤੁਹਾਡੇ ਉੱਤੇ ਗਿਰ ਸਕਦਾ ਹੈ ਜੋ ਚੀਜ਼ ਜਿਵੇਂ ਏਸੀ ਲੱਗੀ ਹੋਈ ਹੈ ਲੱਗਿਆ ਹੋਇਆ ਉਹ ਤੁਹਾਨੂੰ ਲੱਗਦਾ ਗਿਰ ਸਕਦਾ ਉਹਦੇ ਦੂਰ ਖੜੇ ਹੋ ਜਾਓ ਕਿਉਂਕਿ ਸਿਰ ਤੇ ਸੱਟ ਵੱਜ ਸਕਦੀ ਹੈ। जे तुसी बाहर हैगे हो तो की नहीं करना स्टे क्लोज टू एनी वॉल्स और ट्रीज बाहर जे हैगे हो तो डोंट दे विच आ जाता है भी किसी भी वॉल कोल नहीं खड़े होना रुखा कोल नहीं खड़े होना इलैक्ट्रिक पोल्स कोल नहीं खड़े होना बिजली के खंबे पावर लाइन्स जिहड़ियां तारां हुंदियां ने या स्ट्रीट लाइट्स इन्हां चीज़ां दे कोले नहीं खड़े होना। देखो बंदा भज रहा ना दूर इन्हां चीज़ां तो ते इमारत तो दूर आ लाइट तो दूर ते कबड़ तो दूर भी ये बंदा भज रहा जद अंदर है। हुण आपां इत्थे 5 सेंटेंसेस होर लिखने ने शुरुआत की हुई है। लास्ट ईयर इन द मंथ ऑफ अप्रैल माई फ्रेंड एंड आई वर सिटिंग अलोन इन आवर क्लासरूम पिछले साल अप्रैल के महीने विच मैं ते मेरा दोस्त अपने क्लासरूम विच इकट्ठे बैठे सन। इट वॉज ब्रेक टाइम एंड वी वर हैविंग लंच यानी अद्धी छुट्टी का समय सी ते असी लंच कर रहे सी। सडनली आई सॉ द फैन इन आवर क्लास शेकिंग ते अचानक मैं देखिया भी जेड़ा पक्खा हैगा साडी क्लास दे विच ओह हिल रहा सी। आई रियलाइज इट वॉज एन अर्थक्वेक मैनू एहसास होया कि यह तां भूचाल सी। वी गॉट स्कैर्ड असी डर गए। वी हर्ड चिल्ड्रन स्क्रीमिंग असी बच्चों नू चीकदे हुए सुनिया। आई क्विकली क्राउच डाउन एंड हिड अंडर अ स्टडी टेबल मैं झटपट थले चुकिया ते स्टडी टेबल दे हेठा लुक गया। माई फ्रेंड मेड एन अटैम्प्ट टू सी आउट ऑफ द विंडो ते जब मैं फटाफट अपने आप नू बचाने की कोशिश की मैं देखिया भी मेरा जिहड़ा दोस्त हैगा वो खिड़की विचों बाहर झातन की कोशिश कर रहा भी की हो रहा बाहर। आई आस्क्ड हिम टू स्टॉप and cover his head and neck with his arms instead ਤੇ मैं उसनू फटाफट रुकण दे लई कहा ते कहा भी दूर खड़े हो के अपना जिहड़ा सिर हैगा वो अपने हत्थां दे नाल ओह ढक ले नीचे बैठ जे। he eventually crawled out of the door पर वो हौली हौली रेंगदा होया दरवाजे तो बाहर निकल गया। We stayed clear of the woods and the school walls of the building. ਵੀ ਅਸੀਂ ਲੱਕੜੀ ਤੋਂ ਜਿਹੜੇ ਖੰਬੇ ਹੁੰਦੇ ਆ ਲੱਕੜ ਦੀ ਕੋਈ ਚੀਜ਼ ਜੋ ਸਾਡੇ ਉੱਤੇ ਗਿਰ ਸਕਦੀ ਸੀ ਉਹਦੇ ਤੋਂ ਦੂਰ ਰਹੇ ਤੇ ਜਿਹੜੀ ਸਕੂਲ ਦੀਆਂ ਵਾਲਸ ਹੈਗੀਆਂ ਨੇ ਉਹਦੇ ਤੋਂ ਵੀ ਦੂਰ ਖੜੇ ਹੋਏ। However, an electricity pole
ਜਾਂ ਇਲੈਕਟ੍ਰਿਕ ਪੋਲ ਕਹਿ ਸਕਦੇ ਹਾਂ। An electric pole was located close by, ਆ ਜਿਹੜਾ ਬਿਜਲੀ ਦਾ ਖੰਭਾ ਸੀ ਉਹ ਨੇੜੇ ਹੀ ਸੀਗਾ। We crawled to a spot away from anything heavy or dangerous in order to avoid it, ਤੇ ਅਸੀਂ ਫੇਰ ਵੀ ਰੇਂਗਦੇ ਰਹੇ ਬਾਹਰ ਜਦ ਨਿਕਲੇ ਤੇ ਬਚਣ ਦੇ ਲਈ ਕਿਸੇ ਭਾਰੀ ਜਾਂ ਖਤਰਨਾਕ ਚੀਜ਼ ਤੋਂ ਦੂਰ ਖਿਸਕ ਗਏ। The earthquake soon passed, ਤੇ ਆਪਣੇ ਆਪ ਨੂੰ ਜਦ ਅਸੀਂ ਬਚਾ ਰਹੇ ਸੀ ਤਾਂ ਅਸੀਂ ਮਹਿਸੂਸ ਕੀਤਾ ਵੀ ਭੂਚਾਲ ਵੀ ਜਲਦੀ ਹੀ ਖਤਮ ਹੋ ਗਿਆ ਸੀ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।